ਦੇ ਵਿੱਚ ਬੈਠ ਕੇ ਬੰਦੇ ਨੂੰ ਅਕਲ ਆਉਂਦੀ ਹੈ, ਮੱਤ ਆਉਂਦੀ ਹੈ। ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਪਾਹ। ਕਹਿਣ ਲੱਗੇ ਜਦੋਂ ਸਾਧੂਆਂ ਦੀ ਚੰਗੀ ਸੰਗਤ ਕਰੇਗਾ, ਸੱਚ ਜਾਣੀ ਤੇਰੀ ਅੰਤ ਤੱਕ ਦੀ ਜ਼ਿੰਦਗੀ ਸੁਚੱਜੇ ਤਰੀਕੇ ਦੀ ਹੋਵੇਗੀ। ਚੱਲ ਰਹੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਦੇ ਅੰਦਰ ਕੱਲ ਮਾਲਕ ਕਿਰਪਾ ਕਰ ਰਹੇ ਸਨ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਈ। ਕਹਿਣ ਲੱਗੇ ਉਹ ਜਿਹੜਾ ਹੁਕਮ ਹੈ ਨਾ ਮਾਲਕ ਦਾ, ਜਿਹੜਾ ਅਟਲ ਹੈ, ਜਿਸ ਹੁਕਮ ਦੇ ਅੰਦਰ ਇਸ ਸੰਸਾਰ ਦਾ, ਇਸ ਕੁਦਰਤ ਦਾ, ਇਸ ਕਾਇਨਤ ਦਾ ਪੱਤਾ ਪੱਤਾ, ਸੰਸਾਰ ਦੀ ਹਰ ਚੀਜ਼ ਉਸ ਮਾਲਕ ਦੀ ਭਾਣੇ ਦੇ ਅੰਦਰ, ਭਾਵ ਉਸ ਮਾਲਕ ਦੇ ਹੁਕਮ ਦੇ ਅੰਦਰ ਹੈ। ਕਹਿਣ ਲੱਗੇ ਸਤਿਗੁਰ ਕੀ ਪ੍ਰਤੀਤ ਨ ਆਈ ਹੈ, ਸ਼ਬਦ ਨ ਲਾਗੂ ਭਾਉ। ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੇ ਜਾਓ। ਕਹਿਣ ਲੱਗੇ ਜਿਸ ਮਨੁੱਖ ਨੂੰ ਸਤਿਗੁਰ ਦੇ ਨਾਲ ਪ੍ਰਤੀਤ, ਜਾਂ ਜਿਹਨੂੰ ਸਤਿਗੁਰ ਦੇ ਹੁਕਮ ਦੀ ਪਹਿਚਾਨ ਨਹੀਂ ਆਈ, ਜਾਂ ਜਿਹਨੂੰ ਸਤਿਗੁਰ ਦੇ ਨਾਲ ਪਿਆਰ ਨਹੀਂ ਪਾਇਆ, ਕਹਿਣ ਲੱਗੇ ਸੱਚ ਜਾਣਿਆ ਜੇ ਉਹ ਭਾਵੇਂ ਇੱਕ ਦਿਨ ਦੇ ਵਿੱਚ ਗੁਰੂ ਪਾਤਸ਼ਾਹ ਦੇ ਕੋਲ ਆ ਕੇ 100 ਗੇੜੇ ਮਾਰ ਜਾਵੇ ਨਾ, ਕਹਿਣ ਲੱਗੇ ਇਸ ਤਰ੍ਹਾਂ ਉਹਦੀ ਗੁਰੂ ਨਾਲ ਪ੍ਰਤੀਤ ਨਹੀਂ, ਜਿੰਨਾ ਚਿਰ ਉਹ ਗੁਰੂ ਦੇ ਭਾਣੇ ਜਾਂ ਗੁਰੂ ਦੇ ਹੁਕਮ ਦੇ ਅੰਦਰ ਨਹੀਂ ਆਉਂਦੇ। ਫਿਰ ਮਾਲਕ ਕਹਿਣ ਲੱਗੇ ਇੱਕ ਮਨੁੱਖ ਉਹ ਹੈ ਜਿਹੜੇ ਸੰਸਾਰ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਆਪਣਾ ਜੀਵਨ ਸਵਾਰ ਲੈਂਦੇ ਨੇ। ਇੱਕ ਮਨੁੱਖ ਉਹ ਨੇ ਜਿਹੜੇ ਬਖਸ਼ਿਸ਼ ਤੋਂ ਵਾਂਝੇ ਰਹਿ ਕੇ, ਜਿਨ੍ਹਾਂ ਦਾ ਭਾਂਡਾ ਮੁੱਧਾ ਸੀ, ਉਹ ਬਖਸ਼ਿਸ਼ ਤੋਂ ਵਾਂਝੇ ਰਹੇ। ਹੋਇਆ ਕਿ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਫਸੇ ਰਹੇ। ਜਨਮ ਮਰਨ ਦਾ ਗੇੜ, ਬੰਦਾ ਇੱਕ ਤਾਂ ਸਰੀਰਕ ਤੌਰ 'ਤੇ ਮਰਦਾ, ਮਰ ਗਿਆ, ਸਵਾਹ ਹੋ ਗਿਆ। ਅੱਜ ਜੰਮਿਆ, ਕੁਝ ਦਿਨਾਂ ਮਗਰੋਂ, ਕੁਝ ਸਾਲਾਂ ਮਗਰੋਂ, ਕੁਝ ਜ਼ਿੰਦਗੀ ਜਿਉ ਕੇ ਮਰ ਗਿਆ, ਸੰਸਾਰ ਛੱਡ ਗਿਆ। ਕਹਿਣ ਲੱਗੇ ਇੱਥੇ ਮਾਲਕ ਨੇ ਉਸ ਜਨਮ ਮਰਨ ਦੀ ਗੱਲ ਕੀਤੀ ਹੈ, ਜਦੋਂ ਪਲ ਪਲ ਮਗਰੋਂ ਤੇਰੀਆਂ ਜ਼ਮੀਰਾਂ ਮਰਦੀਆਂ ਨੇ, ਪਲ ਪਲ ਮਗਰੋਂ ਝੂਠ ਮਾਰਦਾ ਹੈ, ਜਾਂ ਪਲ ਪਲ ਮਗਰੋਂ ਤੂੰ ਨਿੰਦਿਆ ਕਰਦਾ, ਚੁਗਲੀ ਕਰਦਾ, ਜਾਂ ਗੁਰੂ ਦੇ ਘਰ ਅੰਦਰ ਬਹਿ ਕੇ ਮੈਂ ਨਾਲ ਚੱਲਦੀ ਵਿਚਾਰ 'ਚ ਇੱਕ ਬੇਨਤੀ ਕਰਾਂ। ਕਹਿੰਦੇ ਸਭ ਤੋਂ ਵੱਡਾ ਪਾਪ ਹੈ ਸੰਗਤ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ। ਸਭ ਤੋਂ ਦੁਨੀਆ ਦਾ ਵੱਡਾ ਪਾਪ ਗੁਰਮਤਿ ਦੇ ਅੰਦਰ ਗੁਰੂ ਦੇ ਕੋਲ ਬੈਠ ਕੇ ਗੁਰੂ ਦੀ ਗੱਲਾਂ ਨੂੰ ਇਗਨੋਰ ਕਰਕੇ ਆਪਣੀਆਂ ਗੱਲਾਂ ਦੀ ਆਪਸ ਦੇ ਵਿੱਚ ਡਿਸਕਸ਼ਨ ਕਰਨਾ। ਅੱਜ ਮਾਲਕ ਕਿਰਪਾ ਕਰ ਰਹੇ ਨੇ। ਕਹਿਣ ਲੱਗੇ ਮਾਲਕਾ ਦੁਨੀਆ ਦੇ ਲੋਕ ਤੈਨੂੰ ਤਰ੍ਹਾਂ ਤਰ੍ਹਾਂ ਨਾਲ ਯਾਦ ਕਰ ਰਹੇ ਨੇ, ਤਰ੍ਹਾਂ ਤਰ੍ਹਾਂ ਨਾਲ ਗਾ ਰਹੇ ਨੇ। ਤੇ ਗੁਰੂ ਸਾਹਿਬ ਕਿਰਪਾ ਕਰਨ ਲੱਗੇ ਤੀਜੀ ਪੌੜੀ ਦੇ ਅੰਦਰ, ਕਹਿਣ ਲੱਗੇ ਗਾਵੇ ਕੋ ਤਾਨ ਹੋਵੇ ਕਿਸੈ ਤਾਨ। ਕਹਿਣ ਲੱਗੇ ਮਾਲਕ ਇਹ ਦੁਨੀਆ ਦੇ ਲੋਕ ਆਪਣੀ ਆਪਣੀ ਸਿਆਣਪ ਦੇ ਨਾਲ, ਆਪਣੀ ਆਪਣੀ ਮੱਤ ਦੇ ਨਾਲ, ਆਪਣੇ ਆਪਣੇ ਤਾਨ ਦੇ ਨਾਲ, ਆਪਣੇ ਆਪਣੇ ਜ਼ੋਰ ਦੇ ਨਾਲ ਤੈਨੂੰ ਗਾ ਰਹੇ ਨੇ। ਗਾਵੇ ਕੋ ਤਾਨ ਹੁੰਦਾ ਜ਼ੋਰ, ਗਾਵੇ ਕੋ ਤਾਨ ਹੋਵੇ ਕਿਸੈ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਵਾਹਿਗੁਰੂ ਦੁਨੀਆ 'ਤੇ ਕੁਝ ਲੋਕ ਇੱਦਾਂ ਦੇ ਨੇ ਜਿਹੜੇ ਆਪਣੀ ਪਾਵਰ ਦੇ ਨਾਲ ਤੈਨੂੰ ਗਾ ਰਹੇ ਨੇ, ਅਤੇ ਦੁਨੀਆ ਦੇ ਕੁਝ ਲੋਕ ਇੱਦਾਂ ਦੇ ਨੇ ਮਾਲਕਾ ਜਿਹੜੇ ਤੈਨੂੰ ਛੱਡ ਕੇ ਸਿਰਫ ਤੇਰੀਆਂ ਦਾਤਾਂ ਨੂੰ ਸਿਮਰਦੇ ਨੇ। ਹੁਣ ਆਮ ਹੀ ਤੁਸੀਂ ਦੇਖਿਆ ਹੋਵੇਗਾ ਜਦੋਂ ਅਸੀਂ ਬੱਸਾਂ ਗੱਡੀਆਂ ਦੇ ਵਿੱਚ ਬਹਿੰਦੇ ਹਾਂ, ਜਾਂ ਪੰਜਾਬ ਦੀ ਧਰਤੀ 'ਤੇ ਤੁਸੀਂ ਟਰੈਕਟਰ ਦੇ ਪਿੱਛੇ ਜਿਹੜੀਆਂ ਟਰਾਲੀਆਂ ਹੁੰਦੀਆਂ ਨੇ ਨਾ, ਜਾਂ ਸਾਡੇ ਘਰ ਦੇ ਵਿੱਚ ਕੋਈ ਨਵੀਂ ਚੀਜ਼ ਆ ਜਾਵੇ ਨਾ, ਗੁਰੂ ਸਾਹਿਬ ਕਹਿਣ ਲੱਗੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ। ਗੁਰੂ ਦੀਆਂ ਦਾਤਾਂ ਨੂੰ ਨਿਸ਼ਾਨੀ ਜਾਣ ਕੇ ਤੇ ਗੁਰੂ ਨੂੰ ਗਾਣਾ। ਗੁਰੂ ਨੂੰ ਜਾਂ ਭੁਲਾ ਕੇ ਸਿਰਫ ਗੁਰੂ ਦੀਆਂ ਦਾਤਾਂ, ਜਿਹੜੀਆਂ ਗੁਰੂ ਦੀਆਂ ਨਿਸ਼ਾਨੀਆਂ ਨੇ, ਉਹਨੂੰ ਵੇਖ ਵੇਖ ਕੇ ਉਹਦਾ ਸਿਮਰਨ ਕਰਨਾ। ਜਦੋਂ ਗੱਡੀ ਨਵੀਂ ਲਈ ਤੇ ਗੱਡੀ 'ਤੇ ਲਿਖ ਦਿੱਤਾ ਇਹ ਪੇਦਾਤ ਤੇਰੀ ਦਾਤਾਰ, ਜਾਂ ਟਰੈਕਟਰ ਪਿੱਛੇ ਪਾਉਣ ਵਾਲੀ ਟਰਾਲੀ ਨਵੀਂ ਲਈ ਲਿਖ ਦਿੱਤਾ ਇਹ ਪੇਦਾਤ ਤੇਰੀ ਦਾਤਾਰ। ਘਰ ਦੇ ਵਿੱਚ ਕੋਈ ਵੀ ਨਵੀਂ ਚੀਜ਼ ਆਈ, ਅਸੀਂ ਕਹਿ ਦਿੱਤਾ ਇਹ ਪੇਦਾਤ ਤੇਰੀ ਦਾਤਾਰ। ਤੇ ਜਦੋਂ ਇਹ ਸ਼ਬਦ ਅਸੀਂ ਆਪਣੇ ਸਾਹਮਣੇ ਲਾ ਲੈਂਦੇ ਹਾਂ ਤੇ ਦਿਨ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੀ ਕੁ ਵਾਰ ਇਸ ਸ਼ਬਦ ਦਾ ਸਿਮਰਨ ਕਰਦੇ ਹਾਂ। ਮਤਲਬ ਜਿਹੜੀ ਦਾਤ ਸਾਨੂੰ ਮਾਲਕ ਨੇ ਦਿੱਤੀ ਸੀ, ਅਸੀਂ ਉਸ ਦਾਤ ਨੂੰ ਸਿਮਰਦੇ ਹਾਂ। ਰੱਬਾ ਇਹ ਗੱਡੀ ਇਹ ਤੇਰੀ ਦਾਤ ਹੈ, ਇਹ ਘਰ ਇਹ ਤੇਰੀ ਦਾਤ ਹੈ। ਕਈ ਵਾਰ ਕਈਆਂ ਨੇ ਆਪਣੇ ਘਰਾਂ ਦੇ ਬਾਹਰ ਵੀ ਲਿਖਾਇਆ ਹੁੰਦਾ ਇਹ ਪੇਦਾਤ ਤੇਰੀ ਦਾਤਾਰ। ਪਰ ਬਦਕਿਸਮਤੀ ਹੈ ਜਦੋਂ ਅਸੀਂ ਸੰਸਾਰ ਅੰਦਰ ਝਾਤ ਮਾਰ ਕੇ ਦੇਖਦੇ ਹਾਂ ਨਾ, ਜਦੋਂ ਸਾਡੇ ਘਰ 'ਚ ਸੁੱਖ ਆਉਂਦਾ ਹੈ ਨਾ,
ਅਸੀਂ ਕਹਿੰਦੇ ਆ ਇਹ ਬੇਦਾਤ ਤੇਰੀ ਦਾਤਾਰ ਸਭ ਤੋਂ ਵੱਡੀ ਸਾਡੀ ਬਦਕਿਸਮਤੀ ਹੈ। ਅਸੀਂ ਸੁੱਖਾਂ ਨੂੰ ਤੇ ਰੱਬ ਦੀਆਂ ਦਾਤਾਂ ਮੰਨ ਲਿਆ, ਪਰ ਦੁੱਖਾਂ ਨੂੰ ਰੱਬ ਦੀ ਦਾਤ ਕਿਉਂ ਨਹੀਂ ਮੰਨਿਆ। ਜੇ ਸੁੱਖ ਆਇਆ, ਘਰ 'ਚ ਕੋਈ ਚੀਜ਼ ਆਈ, ਅਸੀਂ ਕਿਹਾ ਇਹ ਬੇਦਾਤ ਤੇਰੀ ਦਾਤਾਰ, ਪਰ ਜੇ ਥੋੜਾ ਜਿਹਾ ਕਸ਼ਟ ਆ ਗਿਆ ਅਸੀਂ ਉਹਨੂੰ ਰੱਬ ਦੀ ਦਾਤ ਕਿਉਂ ਨਹੀਂ ਮੰਨਿਆ। ਕਹਿਣ ਲੱਗੇ ਮਜ਼ਾ ਤੇ ਤਾਂ ਆਵੇਗਾ ਨਾ, ਨਾਨਕ ਬੋਲਨ ਚਖਣਾ ਦੁੱਖ ਛੱਡ ਮੰਗੈ ਸੁਖ। ਕਹਿਣ ਲੱਗੇ ਯਾਦ ਰੱਖੀ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿਣ ਲੱਗੇ ਝੱਖਾ ਮਾਰਨ ਦਾ ਕੋਈ ਫਾਇਦਾ ਨਹੀਂ, ਰੱਬ ਦੇ ਅੱਗੇ ਸਿਆਣਾ ਬਣਨ ਦਾ ਕੋਈ ਫਾਇਦਾ ਨਹੀਂ। ਰੱਬਾ ਮੈਨੂੰ ਦੁੱਖ ਨਹੀਂ, ਮੈਨੂੰ ਸਿਰਫ ਤੇ ਸਿਰਫ ਸੁੱਖ ਚਾਹੀਦੇ ਨੇ। ਕਹਿਣ ਲੱਗੇ ਜੇ ਦੁੱਖ ਹੀ ਜ਼ਿੰਦਗੀ 'ਚ ਨਾ ਆਏ ਤੇ ਫਿਰ ਜ਼ਿੰਦਗੀ ਅੱਗੇ ਕਿਵੇਂ ਚੱਲੇਗੀ। ਦੁੱਖਾਂ ਦੇ ਨਾਲ ਜ਼ਿੰਦਗੀ ਅੱਗੇ ਚੱਲਦੀ ਹੈ ਨਾ। ਕਹਿਣ ਲੱਗੇ ਯਾਦ ਰੱਖੀ ਰੱਬ ਦੇ ਘਰ ਦੇ ਦੋ ਪਹਿਰਾਵੇ ਨੇ, ਤੇ ਕਹਿੰਦੇ ਜਦੋਂ ਕੋਈ ਨਵੀਂ ਚੀਜ਼ ਘਰ 'ਚ ਆਈ ਉਹਨੂੰ ਕਹਿ ਦਿੱਤਾ ਇਹ ਬੇਦਾਤ ਤੇਰੀ ਦਾਤਾਰ। ਕਹਿੰਦੇ ਮਜ਼ਾ ਤੇ ਤਾਂ ਆਵੇਗਾ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ। ਕਹਿਣ ਲੱਗੇ ਮਜ਼ਾ ਤੇ ਤਾਂ ਆਵੇਗਾ ਜੇ ਰੱਬ ਦੇ ਸੁੱਖ ਨੂੰ ਤੇ ਦੁੱਖ ਨੂੰ ਝੋਲੀ ਅੱਡ ਕੇ ਪਵਾਵੇਗਾ। ਰੱਬਾ ਮੈਨੂੰ ਜੋ ਮਿਲ ਰਿਹਾ ਇਹ ਤੇਰੀ ਦਾਤ ਹੈ, ਇਹ ਤੇਰਾ ਭਾਣਾ ਹੈ ਤੇ ਮੈਨੂੰ ਪ੍ਰਵਾਨ ਕਰਨਾ ਪੈਣਾ ਹੈ। ਇਹ ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ। ਜੇ ਰੱਬ ਸੁੱਖ ਦਿੰਦਾ ਹੈ ਤੇ ਜੇ ਥੋੜਾ ਜਿਹਾ ਦੁੱਖ ਆ ਜਾਵੇ ਤੇ ਉਹ ਵੀ ਰੱਬ ਦੀ ਦਾਤ ਮੰਨ ਕੇ ਸਾਨੂੰ ਅਸੈਪਟ ਕਰਨਾ ਚਾਹੀਦਾ। ਕਹਿਣ ਲੱਗੇ ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ। ਵਾਹਿਗੁਰੂ ਦੁਨੀਆ ਦੇ ਕੁਝ ਲੋਕ ਤੈਨੂੰ ਕਿਵੇਂ ਗਾ ਰਹੇ ਨੇ, ਤੇਰੇ ਗੁਣਾਂ ਨੂੰ ਦੇਖ ਕੇ, ਤੇਰੀਆਂ ਵਡਿਆਈਆਂ ਨੂੰ ਦੇਖ ਕੇ। ਗੁਰੂ ਦਾ ਸੁਭਾਅ ਹੈ ਮਾਂ ਦੀ ਤਰ੍ਹਾਂ, ਗੁਰੂ ਦੇ ਗੁਣ ਤੇ ਗੁਰੂ ਦੀਆਂ ਵਡਿਆਈਆਂ ਕੀ ਨੇ। ਗੁਰੂ ਦਾ ਸੁਭਾਅ ਇਵੇਂ ਦਾ ਕਿ ਦੁਨੀਆ ਸੰਸਾਰ ਦੀ ਪੂਰੇ ਸੰਸਾਰ ਨੂੰ ਚਲਾ ਰਹੀ ਹੈ। ਸਭ ਤੋਂ ਵੱਡੀ ਜ਼ਿੰਮੇਵਾਰੀ, ਸਭ ਤੋਂ ਵੱਡੀ ਰਿਸਪੌਂਸਿਬਿਲਟੀ ਗੁਰੂ ਦੀ ਇੱਕ ਹੈ ਕਿ ਗੁਰੂ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਨੇ ਕਹਿਣ ਲੱਗੇ ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਤੂੰ ਕਾਹੇ ਡੋਲੇ ਪ੍ਰਾਣੀ ਹੈ, ਤੂੰ ਦਰਾਖੇਗਾ ਸਿਰਜਣਹਾਰ। ਕਹਿਣ ਲੱਗੇ ਘਬਰਾ ਨਾ, ਜਿਵੇਂ ਮਾਂ ਦੇ ਨਾਲ ਤੂੰ ਕਈ ਵਾਰ ਕਈ ਤਰ੍ਹਾਂ ਦੇ ਗਲਤ ਕਰਮ ਕਰ ਦਿੰਦਾ, ਮਾਂ ਨੂੰ ਧੱਕਾ ਮਾਰ ਕੇ ਘਰ ਤੋਂ ਬਾਹਰ ਵੀ ਕੱਢ ਦਵੇ, ਮਾਂ ਦੁਨੀਆ ਦੇ ਦਰਵਾਜ਼ੇ ਖੜਕਾ ਕੇ ਕਦੇ ਨਹੀਂ ਕਹਿੰਦੀ ਮੇਰੇ ਪੁੱਤ ਨੇ ਘਰ ਤੋਂ ਮੈਨੂੰ ਧੱਕਾ ਦੇ ਕੇ ਕੱਢ ਦਿੱਤਾ। ਕਹਿੰਦੇ ਮਾਂ ਨੂੰ ਧੱਕਾ ਮਾਰ ਕੇ ਘਰ ਤੋਂ ਬਾਹਰ ਵੀ ਕੱਢ ਦਵੀ, ਮਾਂ ਨੂੰ ਤਾਨੇ ਵੀ ਮਾਰੀ, ਮਾਂ ਨੂੰ ਮਿਹਨੇ ਵੀ ਮਾਰੀ। ਕਹਿੰਦੇ ਸੱਚ ਜਾਣੀ ਮਾਂ ਫਿਰ ਵੀ ਤੇਰੇ ਔਗਣਾ ਤੇ ਪੜਦਾ ਪਾਉਂਦੀ ਹੈ, ਇਸੇ ਤਰ੍ਹਾਂ ਗੁਰੂ ਵੀ ਤੇਰੇ ਔਗਣਾ ਤੇ ਪੜਦਾ ਪਾਉਂਦਾ ਹੈ। ਗੁਰੂ ਦੀ ਜ਼ਿੰਮੇਵਾਰੀ ਹੈ। ਤੇ ਜੇ ਗੁਰੂ ਸੰਸਾਰ ਦੇ ਲੋਕਾਂ ਦੀ ਤਰ੍ਹਾਂ ਕਰੇ, ਕਹਿੰਦੇ ਇਹ ਗੁਰੂ ਦੇ ਗੁਣ ਨੇ, ਗੁਰੂ ਦੀਆਂ ਵਡਿਆਈਆਂ ਨੇ। ਜੇ ਸੰਸਾਰ ਦੇ ਲੋਕਾਂ ਵਰਗਾ ਗੁਰੂ ਦਾ ਸੁਭਾਅ ਹੋਵੇ ਫਿਰ ਤੇ ਦੁਨੀਆ ਤੇ ਕਈ ਲੋਕ ਭੁੱਖੇ ਮਰ ਜਾਣ। ਗੁਰਬਾਣੀ ਦੇ ਅੰਦਰ ਕਈ ਤਰ੍ਹਾਂ ਦੀਆਂ ਉਦਾਹਰਨਾਂ ਨੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਵਾਹਿਗੁਰੂ ਤੇਰਾ ਮਰਤਬਾ ਕੋਈ ਛੋਟਾ ਨਹੀਂ ਹੈ, ਜਿਹਨੂੰ ਤੂੰ ਸਾਂਭ ਕੇ ਰੱਖਿਆ ਹੋਇਆ। ਤੇਰਾ ਪਰਿਵਾਰ ਬਹੁਤ ਵੱਡਾ ਹੈ, ਸਾਡੇ ਕੋਈ ਛੋਟਾ ਜਿਹਾ ਪਰਿਵਾਰ ਨਹੀਂ ਸਾਂਭਿਆ ਜਾਂਦਾ। ਇਹ ਸਾਡੇ ਗੁਣ ਨੇ। ਸਾਡਾ ਛੋਟਾ ਜਿਹਾ ਪਰਿਵਾਰ ਹੋਵੇ, ਸਾਡੀ ਘਰਵਾਲੀ ਹੋਵੇ, ਸਾਡੇ ਬੱਚੇ ਹੋਣ ਤੇ ਵਿੱਚ ਜੇ ਮਾਂ ਤੇ ਪਿਓ ਰਲ ਜਾਣਾ, ਅਸੀਂ ਸੋਚਦੇ ਹਾਂ ਸਾਡਾ ਪਰਿਵਾਰ ਪਾਲਣਾ ਔਖਾ ਹੋ ਗਿਆ। ਜਿਨ੍ਹਾਂ ਮਾਂ ਪਿਓਾਂ ਨੇ ਪੂਰੀ ਜ਼ਿੰਦਗੀ ਮਿਹਨਤ ਕਰਕੇ ਮੁਸ਼ੱਕਤ ਕਰਕੇ ਸਾਨੂੰ ਪਾਲਿਆ ਹੋਵੇ ਨਾ, ਇੱਕ ਦਿਨ ਉਹ ਆਂਦਾ ਸਾਨੂੰ ਉਹ ਮਾਂ ਪਿਓ ਪਾਲਣੇ ਔਖੇ ਲੱਗ ਜਾਂਦੇ ਨੇ। ਪਰ ਧੰਨ ਹੈ ਉਹ ਮਾਲਕ, ਧੰਨ ਹੈ ਉਹਦੀਆਂ ਵਡਿਆਈਆਂ, ਧੰਨ ਨੇ ਉਹਦੇ ਗੁਣ, ਜਿਹਦਾ ਘਰ ਇੰਨਾ ਵੱਡਾ ਜਿਹਨੇ ਸਾਰੇ ਸੰਸਾਰ ਨੂੰ ਤਾਂ ਕਿ ਪੂਰੀ ਦੁਨੀਆ ਨੂੰ ਸਾਂਭਿਆ ਹੋਇਆ ਹੈ, ਪੂਰੀ ਦੁਨੀਆ ਨੂੰ ਧਿਆਨ 'ਚ ਰੱਖਿਆ ਹੋਇਆ ਹੈ। ਤੇ ਮਤਾ ਸੋਚਿਓ ਕਈ ਵਾਰ ਮਾਲਕ, ਜੇਕਰ ਮਾਲਕ ਸਾਨੂੰ ਇਗਨੋਰ ਨਹੀਂ ਕਰਦਾ ਹੈ, ਮਾਲਕ ਸਾਨੂੰ ਆਪਣੇ ਧਿਆਨ ਤੋਂ ਬਾਹਰ ਨਹੀਂ ਹਟਾਉਂਦਾ, ਤਾਂ ਯਾਦ ਰੱਖਿਓ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਮਾਲਕ ਨੂੰ ਭੁਲਾ ਕੇ ਕਈ ਤਰ੍ਹਾਂ ਦੇ ਗਲਤ ਕੰਮ ਕਰਦੇ ਹਾਂ। ਇਹ ਮਾਲਕ ਦਾ ਗੁਣ ਹੈ। ਸਾਡਾ ਸਭ ਤੋਂ ਵੱਡਾ ਔਗਣ ਹੈ, ਅਸੀਂ ਪਤਾ ਨਹੀਂ ਦਿਨ 'ਚ ਕਿੰਨੇ ਕੁ ਗਲਤ ਕੰਮ ਕਰਦੇ ਹਾਂ। ਮੇਰੇ ਵਰਗਾ ਇਨਸਾਨ ਸੋਚਦਾ ਹੈ ਜੇ ਮੈਂ ਗਲਤ ਕੰਮ ਕਰਨੀ ਆ ਮੈਨੂੰ ਕਿਹੜਾ ਰੱਬ ਦੇਖ ਰਿਹਾ। ਤੁਸੀਂ ਆਮ ਹੀ ਪ੍ਰਚਲਿਤ ਇੱਕ ਕਹਾਣੀ ਸੁਣੀ ਹੋਵੇ ਕਿ ਕਿਸੇ ਰਾਜੇ ਨੇ ਦੋ ਬੰਦਿਆਂ ਨੂੰ ਕਬੂਤਰ ਦਿੱਤੇ। ਇੱਕ ਵਿਚਾਰਾ ਸਿਆਣਾ ਸੀ ਜਿਹੜਾ ਰੱਬ ਤੋਂ ਡਰਦਾ ਸੀ, ਇੱਕ ਨਹੀਂ ਸੀ ਡਰਦਾ, ਉਹਦਾ ਕੰਮ ਸੀ ਸ਼ਿਕਾਰ ਕਰਨਾ। ਰਾਜੇ ਨੇ ਦੋਵਾਂ ਨੂੰ ਕਬੂਤਰ ਦਿੱਤੇ, ਕਹਿੰਦੇ ਇਹ ਕਬੂਤਰ ਉੱਥੇ ਜਾ ਕੇ ਮਾਰ ਕੇ ਆਇਓ ਜਿੱਥੇ ਤੁਹਾਨੂੰ ਕੋਈ ਵੀ ਨਾ ਦੇਖਦਾ ਹੋਵੇ।
ਰੱਬ ਦਾ ਗੁਣ ਹੈ ਸਾਰਿਆਂ ਨੂੰ ਦੇਖਣਾ, ਸਾਰਿਆਂ ਵੱਲ ਧਿਆਨ ਰੱਖਣਾ। ਕੋਈ ਭੁੱਖਾ ਤੇ ਨਹੀਂ, ਕਿਸੇ ਦੇ ਤਨ ਤੇ ਕੱਪੜਾ ਨਾ ਹੋਵੇ, ਤੇ ਰੱਬ ਨੇ ਦੁਨੀਆ ਤੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੋਵੇਗਾ ਜਿਹੜਾ ਇੱਕ ਟਾਈਮ ਦਾ ਪ੍ਰਸ਼ਾਦਾ ਨਾ ਛਕਦਾ ਹੋਵੇਗਾ। ਕਹਿਣ ਲੱਗੇ ਇਹ ਸਾਡਾ ਔਗਣ ਹੈ। ਜਦੋਂ ਰਾਜੇ ਨੇ ਉਹਨਾਂ ਨੂੰ ਆਖਿਆ ਤੁਸੀਂ 2 ਕਬੂਤਰ ਮਾਰ ਕੇ ਲਿਆਵੋ ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ। ਜਿਹੜਾ ਤੇ ਸ਼ਿਕਾਰੀ ਸੀ, ਜਿਹਨੂੰ ਆਦਤ ਸੀ ਪਾਪ ਕਰਨ ਦੀ, ਉਹਨੇ ਕੀ ਕੀਤਾ, ਜਲਦੀ ਨਾਲ ਗਿਆ ਇੱਕ ਦੀਵਾਰ ਦੇ ਓਲੇ ਲੋਕੇ। ਉਹਨੇ ਦੇਖਿਆ ਮੈਨੂੰ ਕੋਈ ਨਹੀਂ ਦੇਖ ਰਿਹਾ, ਉਹਨੇ ਕਬੂਤਰ ਦੀ ਮੁੰਡੀ ਮਰੋੜੀ। ਰਾਜੇ ਨੂੰ ਆਖਿਆ ਮੈਨੂੰ ਕੋਈ ਨਹੀਂ ਸੀ ਦੇਖ ਰਿਹਾ, ਮੈਂ ਕਬੂਤਰ ਮਾਰ ਕੇ ਲੈ ਆਂਦਾ। ਤੇ ਜਿਹੜਾ ਭੋਲਾ ਸੀ, ਜਿਹਨੂੰ ਰੱਬ ਦਾ ਖਤਰਾ ਸੀ, ਰੱਬ ਦਾ ਡਰ ਸੀ, ਬੜੀ ਦੂਰ ਜਾਂਦਾ ਦੇਖਦਾ ਮੈਨੂੰ ਕੋਈ ਦੇਖ ਤੇ ਨਹੀਂ ਰਿਹਾ। ਪਰ ਉਹਦੇ ਮਨ ਅੰਦਰ ਇੱਕ ਗੱਲ ਆਈ, ਕਹਿਣ ਲੱਗੇ ਕੀ ਹੋਇਆ ਜੇ ਮੈਨੂੰ ਦੁਨੀਆ ਦੇ ਲੋਕ ਨਹੀਂ ਦੇਖ ਰਹੇ, ਜਿਹਨੂੰ ਮੈਂ ਲੇਖਾ ਦੋਖਾ ਦੇਣਾ ਮੈਨੂੰ ਉਹ ਤਾਂ ਦੇਖ ਰਿਹਾ ਨਾ। ਰਾਜੇ ਦੇ ਕੋਲ ਆ ਕੇ ਕਹਿਣ ਲੱਗਾ ਹਾਂ ਮੰਨਿਆ ਮੈਨੂੰ ਦੁਨੀਆ ਦੇ ਲੋਕ ਨਹੀਂ ਸੀ ਦੇਖ ਰਹੇ, ਪਰ ਮੈਨੂੰ ਰੱਬ ਦੇਖ ਰਿਹਾ ਸੀ। ਕਹਿਣ ਲੱਗੇ ਬੰਦਿਆ ਇਹ ਹੈ ਤੇਰਾ ਗੁਣ, ਤੇ ਰੱਬ ਦਾ ਗੁਣ ਹੈ। ਜਿਵੇਂ ਰੱਬ ਤੇਰਾ ਧਿਆਨ ਰੱਖ ਰਿਹਾ ਹੈ, ਤੇਰੀ ਪਰਵਰਿਸ਼ ਕਰ ਰਿਹਾ ਹੈ ਨਾ, ਇਸੇ ਤਰ੍ਹਾਂ ਸਾਨੂੰ ਰੱਬ ਦਾ ਧਿਆਨ ਰੱਖਣਾ ਪਵੇਗਾ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਇਸ ਪੰਕਤੀ ਅੰਦਰ ਮਾਲਕ ਕਿਰਪਾ ਕਰਨ ਲੱਗੇ, ਕਹਿਣ ਲੱਗੇ ਕੁਝ ਦੁਨੀਆ ਤੇ ਲੋਕ ਇੱਦਾਂ ਦੇ ਨੇ ਮੇਰੇ ਵਰਗੇ, ਜਿਹੜੇ ਆਪਣੀ ਵਿਦਿਆ ਦੇ ਨਾਲ ਗੁਰੂ ਦੀਆਂ ਗੱਲਾਂ ਸੰਗਤ ਦੇ ਸਾਹਮਣੇ ਰੱਖਦੇ ਨੇ, ਆਪਣੀ ਵਿਦਿਆ ਦੀ ਪਾਵਰ ਦੱਸਦੇ ਨੇ। ਜਿਵੇਂ ਸਨਾਤਨ ਮਤ ਧਰਮ ਦੇ ਅੰਦਰ ਪੰਡਿਤ ਵੀਰ ਆਪਣੇ ਧਰਮ ਦੀਆਂ ਗ੍ਰੰਥਾਂ ਦੀ ਵਿਚਾਰ ਕਿਸੇ ਅੱਗੇ ਸਾਂਝੀ ਕਰਦੇ ਨੇ। ਕਹਿਣ ਲੱਗੇ ਮਜ਼ਾ ਤੇ ਤਾਂ ਆਵੇਗਾ ਜਿਸ ਧਰਮ ਗ੍ਰੰਥ ਦੀਆਂ ਵਿਚਾਰਾਂ ਸੰਗਤ ਸਾਹਮਣੇ ਰੱਖਦੇ ਹਾਂ, ਜੇਕਰ ਉਸ ਧਰਮ ਗ੍ਰੰਥ ਦੇ ਅਕੋਰਡਿੰਗ ਅਸੀਂ ਚੱਲਣਾ ਸ਼ੁਰੂ ਕਰ ਦਈਏ ਤੇ ਬਹੁਤ ਜ਼ਿਆਦਾ ਆਨੰਦ ਆਵੇਗਾ। ਜਦੋਂ ਪੱਟ, ਜਿਸ ਵਕਤ ਪੱਟ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਿਲਦੇ ਨੇ ਨਾ, ਕਹਿਣ ਲੱਗੇ ਪਾਤਸ਼ਾਹ ਸਾਡੀ ਪੂਰੀ ਜ਼ਿੰਦਗੀ ਲੰਘ ਗਈ, ਅਸੀਂ ਬੜੇ ਜ਼ਿਆਦਾ ਧਨੀ ਵਿਦਵਾਨ ਲੋਕਾਂ ਨੂੰ ਮਿਲਦੇ ਹਾਂ ਜਿਹੜੇ ਪੜ੍ਹੇ ਲਿਖੇ ਨਹੀਂ, ਅਸੀਂ ਸੋਚਦੇ ਹਾਂ ਸਾਡੀ ਜ਼ਿੰਦਗੀ ਸਵਰ ਜਾਵੇ। ਤੇ ਕਹਿਣ ਲੱਗੇ ਗੁਰੂ ਪਾਤਸ਼ਾਹ ਸਾਨੂੰ ਸੰਸਾਰ ਤੇ ਕੋਈ ਇੱਦਾਂ ਦਾ ਬੰਦਾ ਨਹੀਂ ਮਿਲਿਆ ਜਿਹੜਾ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਦੱਸੇ। ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋ ਇਹ ਪੰਡਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੇ ਨਾ ਪਰਚੋ ਲਾਇਓ। ਕਹਿਣ ਲੱਗੇ ਪਾਤਸ਼ਾਹ ਸਾਨੂੰ ਕਈ ਵਰੇ ਹੋ ਗਏ, ਕਈ ਸਾਲ ਹੋ ਗਏ, ਅਸੀਂ ਗੁਰਮੁਖ ਦੀ ਭਾਲ ਦੇ ਵਿੱਚ, ਸਾਨੂੰ ਕੋਈ ਇੱਦਾਂ ਦਾ ਬੰਦਾ ਮਿਲ ਜਾਵੇ ਜਿਹੜਾ ਸਾਨੂੰ ਰੱਬ ਦੇ ਨਾਲ ਮਿਲਾ ਦੇ। ਕਹਿਣ ਲੱਗੇ ਗਾਵੇ ਕੋ ਵਿਦਿਆ ਵਿਖਮ ਵਿਚਾਰ, ਆਪਣੀ ਫਿਲਾਸਫੀ ਦੇ ਨਾਲ ਬੜੇ ਬੜੇ ਵੱਡੇ ਫਿਲਾਸਫਰ, ਬੜੇ ਬੜੇ ਵੱਡੇ ਇੰਟੈਲੀਜੈਂਟ ਲੋਕ ਆਪਣੇ ਧਰਮ ਦੇ ਗ੍ਰੰਥਾਂ ਦੀਆਂ ਵਿਚਾਰਾਂ ਲੋਕਾਂ ਤੱਕ ਪਹੁੰਚਾਉਂਦੇ ਤਾਂ ਜ਼ਰੂਰ ਨੇ, ਪਰ ਮਜ਼ਾ ਤਾਂ ਆਵੇਗਾ ਜੇ ਧਰਮ ਦੇ ਲੋਕ ਤੇ ਉਹ ਧਰਮੀ ਪੁਰਸ਼ ਉਹਨਾਂ ਗ੍ਰੰਥਾਂ ਦੇ ਅਕੋਰਡਿੰਗ ਚੱਲਣਾ ਸ਼ੁਰੂ ਕਰਨ। ਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਨੇ ਕਿਆ ਹੋਈ। ਕਹਿਣ ਲੱਗੇ ਪੜ੍ਹਨ ਨਾਲ, ਸੁਣਨ ਨਾਲ, ਵੇਦਾਂ ਨੂੰ ਗਾਣ ਦੇ ਨਾਲ ਕੀ ਹੋਵੇਗਾ ਜੇ ਤੇਰੀ ਜ਼ਿੰਦਗੀ ਦੇ ਅੰਦਰ ਸਹਿਜੀ ਨਾ ਆਇਆ ਤਾਂ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਕਹਿਣ ਲੱਗੇ ਗੱਡੀਆਂ ਭਰ ਲੈ, ਭਾਵੇਂ ਵੱਡੇ ਵੱਡੇ ਗ੍ਰੰਥ ਆਪਣੇ ਨਾਲ ਲੱਦ ਲੈ, ਭਾਵੇਂ ਗ੍ਰੰਥਾਂ ਦੀਆਂ ਬੇੜੀਆਂ ਭਰ ਲੈ, ਭਾਵੇਂ ਗ੍ਰੰਥਾਂ ਦੇ ਨਾਲ ਆਪਣਾ ਘਰ ਭਰ ਲੈ। ਕਹਿਣ ਲੱਗੇ ਸੱਚ ਜਾਣੀ ਇਸ ਘਰ ਦੇ ਅੰਦਰ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਕਹਿਣ ਲੱਗੇ ਬਾਹਰ ਦੀ ਦੁਨੀਆ 'ਚ ਜਾਓ ਤਾਂ ਸਿਰਫ ਪੜ੍ਹਿਆਂ ਲਿਖਿਆਂ ਨੂੰ ਅਹਿਮੀਅਤ ਮਿਲਦੀ ਹੈ। ਜੇ ਰੱਬ ਦੇ ਘਰ ਦੇ ਵਿੱਚ ਆਓਗੇ, ਇੱਥੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਅੱਗੇ ਪਾਤਸ਼ਾਹ ਕਹਿਣ ਲੱਗੇ ਗਾਵੇ ਕੋ ਸਾਜ ਕਰੇ ਤਨ ਖੇ। ਦੁਨੀਆ ਦੇ ਕੁਝ ਲੋਕ ਮਾਲਕ ਨੂੰ ਇੱਦਾਂ ਗਾ ਰਹੇ ਨੇ ਕਿ ਮਾਲਕ ਸਭ ਤੋਂ ਪਹਿਲਾਂ ਇਨਸਾਨ ਨੂੰ ਬਣਾਉਂਦਾ ਹੈ, ਸਾਜ ਕਰੇ, ਸਾਜ ਤੋਂ ਭਾਵ ਮਨੁੱਖ ਦੀ ਸਾਜਨਾ, ਬੜੇ ਤਰੀਕੇ ਦੇ ਨਾਲ ਮਨੁੱਖ ਦੇ ਸਰੀਰ ਦੀ ਥਾਪਨਾ ਕਰਦਾ ਹੈ। ਫਿਰ ਜਿੰਨੀ ਕੁ ਉਹਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੁੰਦੀ ਆ, ਉਹ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਨ ਤੋਂ ਬਾਅਦ ਉਹਨੂੰ ਖੇ ਕਰ ਦਿੰਦਾ ਹੈ। ਕੱਲ ਭਾਈ ਗੁਰਦਾਸ ਜੀ ਦੀ ਵਾਰ, ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਤੁੰਦ ਕਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪਾਂਚ ਤਤ ਕੀ ਜੜਤ ਜੜਾਈ, ਪਵਨ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਿਲਾਈ, ਪੰਚਮ ਵਿੱਚ ਆਕਾਸ਼ ਕਰ। ਇਹਨਾਂ ਪੰਜਾਂ ਤੋਂ ਪੰਜ ਪਾਣੀ, ਬੈ ਸੰਤਰ ਹਵਾ, ਪਾਣੀ ਅੱਗ, ਚੌਥੀ ਧਰਤੀ, ਚੌਥੀ ਵਿੱਚ ਧਰਤੀ ਮਿਲਾ ਕੇ ਪੰਚ ਤੱਤ 25 ਗੁਣ
पंजी गुण पा के मनुख के शरीर की स्थापना की। कहने लगे जिन्ना पंजा तत्तां तो मालिक ने तेरे शरीर की साजना की है ना, कहने लगे ये सदा दुनिया ते थिर नहीं जे रहना, एक दिन वो आवेगा जिन्हें इनू साजिया उन्हें इनू नष्ट भी कर देना। पर मनुख ने की किया, संसार ते आके सोचिया मैं सदा इस थां ते मेरा बसेरा रहेगा। कहने लगे मच्छी पानी दे विच घुमदी होवे, मच्छी इस गल तो जानू नहीं है कि शिकारी ने कदों आके मेरे सिर ते आके जाल पा देना है। कहने लगे मच्छी वाला सुभाव बना के जिंदगी जीवी पाई रे, इउं सिरजानो काल ज्यों मच्छी त्यों मानसा पवै अचिंता जाल। कहते जिद्दां मच्छी नूं नहीं पता है मेरे सिर ते कदों आके जाल पै जाएगा, कहते सज्जना इसे तरह तेनू आप नहीं पता है कि तेरे सिर ते आके कदों मौत का जाल पै जाना है। जिन्हें तेनू साजिया ना याद रखी उन्हें तेनू सवास बख्शे नहीं। जिन कोई सानू उधारी चीज़ दवे ना तो वह उधारी चीज़ दे के उस चीज़ की दोबारा मंग करदा है। मालिक ने सानू उधारे सवास बख्शिश किते, जित दिहाड़े तनवरी साहिले लिखाए। कहने लगे जिस दिन शरीर पैदा होया ना उस दिन एक मौत रूपी फरिश्ते नाल साडा रिश्ता हो गया। जिस दिन साडी मौत होवेगी, जिस दिन परमात्मा ने सानू खे करना है, सच जानियो उस दिन साडा मौत रूपी फरिश्ते नाल विआह हो जाएगा। कोई बन गया रौनक पखियां दी, कोई छड्ड के शीस महल चलिया, कोई पलिया नाज दे नखरियां विच, कोई गर्भ रेत ते थल चलिया। गुलाम फरीदा इत्थे सब मुसाफिर, कोई अज चलिया कोई कल चलिया। कहने लगे जिस मालिक ने तेनू थापिया उस मालिक ने तेनू एक ना एक दिन खे भी करना है। दुनिया के कुछ लोग उस मालिक नू इदां गा रहे हैं, गावे को जी लै फिर दे। ते दुनिया के कुछ लोग कह रहे हैं परमात्मा जीव नू एक जूनी चों कढ़ के दूजी जूनी विच पा दिंदा है, जां एक शरीर तो कढ़ के दूजे शरीर विच पा दिंदा है, जां मनुख नू शरीरक जामे चों कढ़ के ਜਿਹੜੀਆਂ ਜੂਨਾਂ 84 ਲੱਖ ਸੰਸਾਰ ਦੇ ਅੰਦਰ ਮਿੱਥੀਆਂ ਗਈਆਂ ਨੇ। ਗੁਰੂ ਨੇ 84 ਲੱਖ ਜੂਨਾਂ ਦੀ ਗੁਰਬਾਣੀ ਦੇ ਅੰਦਰ ਵੀ ਉਦਾਹਰਨ ਲਈ ਹੈ। ਕਹਿੰਦੇ ਜਾਂ ਤਾਂ ਸਰੀਰਕ ਜਾਮੇ ਚੋਂ ਮਨੁੱਖ ਨੂੰ ਕੱਢ ਕੇ ਉਹਨਾਂ ਜੂਨਾਂ ਦੇ ਵਿੱਚ ਪਾ ਦਿੰਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਜੇ ਅਸੀਂ ਚਾਹੁੰਦੇ ਆ ਸਾਡੀ ਅਖੀਰਲਾ ਜਿਹੜਾ ਸਾਡਾ ਧਿਆਨ, ਕਹਿੰਦੇ ਜਿੱਦਾਂ ਦਾ ਧਿਆਨ ਮਨੁੱਖ ਦਾ ਹੋਵੇਗਾ ਨਾ ਮਨੁੱਖ ਉਦਾਂ ਦੀ ਜੂਨ 'ਚ ਪੈਂਦਾ। ਜੇਕਰ ਮੈਂ ਹੁਣ ਸ਼ਬਦ ਨੂੰ ਲਵਾਂ ਅੰਤਕਾਲ ਜੋ ਲక్ష్ਮੀ ਸੀ, ਮੇਰਾ ਸ਼ਬਦ ਬਹੁਤ ਵੱਡਾ ਹੈ। ਇਹਦੇ ਆਖਰ ਦੇ ਵਿੱਚ ਮਾਲਿਕ ਨੇ ਕਿਹਾ, ਕਹਿੰਦੇ ਕੁਝ ਨਹੀਂ ਕਰਨਾ। ਜਦੋਂ ਤੇਰਾ ਅੰਤ ਦਾ ਸਮਾਂ ਤੈਨੂੰ ਨਜ਼ਦੀਕ ਦਿਖਾਈ ਦੇਵੇ ਕਰਨਾ ਕੁਝ ਨਹੀਂ। ਜੇ ਚਾਹੁੰਦਾ ਮੇਰੀ ਜ਼ਿੰਦਗੀ ਅਗਲੀ ਸਵਰ ਜਾਵੇ, ਮੈਂ ਸੰਸਾਰ ਤੋਂ ਜਾ ਕੇ ਮੇਰਾ ਅਗਲਾ ਸਵਰ ਜਾਵੇ, ਤੇ ਕਹਿੰਦੇ ਕਰਨਾ ਕੁਝ ਨਹੀਂ। ਅੰਤ ਦੇ ਸਮੇਂ ਦੇ ਤੱਕ ਇੱਕੋ ਕੰਮ ਕਰੀ, ਅੰਤਕਾਲ ਜੋ ਨਾਰਾਇਣ ਸਿਮਲੇ। कहने लगे अंत के समय जोड़ा परमात्मा नूं सिमरेगा, जिहदी लीन परमात्मा दे विच जुड़ी होवेगी, मरण के समय भी वह परमात्मा दे विच जाके अपेद होवेगा। नहीं तो कई तरह दी उदाहरणा दित्तियां ने। कहते जिद्दां जिद्दां दा मनुख का ध्यान होवेगा मनुख उदां उदां दी जूनी दे विच पैंदे। गुरु साहब कहने लगे गावे को जापै दिसै दूर, गावे को वेखै हादरा दूर। दुनिया के कुछ लोग कह रहे हैं परमात्मा साढ़े तो बहुत ज़्यादा दूर है। कहने लगे ना, दूर नहीं, जले हरी, थले हरी, उरे हरी, बने हरी, गिरे हरी, गुफे हरी, छिते हरी, नभे हरी। कहने लगे वो परमात्मा जल च भी है, थल च भी है, जंगलों च भी है, घट घट विच भी है, हर जगह ते व्यापक है। बस कोशिश कर वो अखां तैनूं लग जान जिहड़ियां अखां दे नाल तैनूं पता लगे कि परमात्मा दूर नहीं है। कह रविदास हाथ पै नहीं रह। कहने रविदास जी कह रहे हैं, कहते हाथ तो बड़ी दूर है, परमात्मा हाथ तो भी नेड़े मेरे अंदर वसदा है। कहने लगे जिस तरह हिरन बड़ी दूर भजदा है जाके, कर ही मैं अमृत भरपूर है, मन मुखां साध न पाया। कहने लगे अमृत इस बाटे के अंदर सी, पर बदकिस्मती जिहड़ा मनमुख सी उन्होंने पता ही नहीं लगा कि परमात्मा तो मेरे अंदर है, उन्होंने मैं बाहर किवें प्रगट करना है। कहने लगे ज्यों कस्तूरी मिर्ग ना जाने, मिर्ग हुंदा है हिरन। कहने लगे जिवें हिरन नूं पता नहीं कि कस्तूरी की वाशना मेरी पेट की धुन्नी दे विचों आ रही है। कहने लगी वो की करदे, ज्यों कस्तूरी मिर्ग ना जाने भरम दा भरम भुलाया, वो सोचदा परमात्मा बड़ी दूर है। कहने लगे कट कट मैं हर जू बसै। गुरु साहब अगे कृपा करन लगे, कथना कथी न आवे टोट, कथ कथ कथी
कोटि कोट कोट। कहने लगे जिहड़ा इन्ना वड्डा मालिक है जिन्हें सारा संसार सांभिया होया है, साडी औकात नहीं कि असी उस मालिक दे पारावार नूं समझ सकीए। कहने लगे सात समुंदर मस करो कमल करो बन राए। कहने लगे सत्तां समुंदरां दे पानी नूं शाही बना लो, कमल करो बन राए। कहने लगे किसी जंगल दे विचों बड़े सोहने दरख्त दी जाके कलम कढ़ के लियाओ, बसुदा कागज जाओ करो। बसुदा कागज हुंदी है धरती। कहने लगे पूरी धरती नूं कागज बना लै। कहने लगे फिर भी उस परमात्मा के कथन नूं बयान नहीं किया जा सकता। अगे कृपा करन लगे देंदा दे लैंदे थक पाहे, जुगा जुगंतर खाही खाहे। आखिर दे विच परमात्मा ने दतार प्रभु की उदाहरण दे के साढ़े सारियां दे मन दे वलवले दूर कर दिते। कहने लगे जिहड़े सोचते ने ना दाता मैं, कहने लगे दाता सिर्फ इको आ, दुनिया के सारे लोग भिखारी। उदाहरण के तौर पर एक बार किसी अन्ने मंगते ने अपने घर तो बाहर बाटा फड़िया तो घर तो बाहर मंगण जाते। अन्ना मंगता घर तो बाहर मंगण गया तो कीता कि अन्ने मंगते ने अन्ने मंगते दे अगे जाके पात्र फैला दिता। अन्ने मंगते ने अन्ने दे अगे जाके जदों पात्र फैलाया तो एक सुजाके मनुख ने आके उन्हां दोवां नूं समझाया। कहन लगे भलिओ तुसीं तां दो ही अन्ने हो, उन्हें उहदे अगे पात्र फैलाया होया है ते उन्हें उहदे अगे पात्र फैलाया होया है। इसे तरह की साडी हालात है। जगत भिखारी फिरत है सबको दाता राम। कहन लगे पूरा संसार भिखारी है। साडा सुभाव की है, असी रब नूं छड्ड के दुनिया के लोगों के कोलों मंगते हैं। साडा सुभाव है असी रब नूं छड्ड के दर बदर दे मुहताजी हैं। असी कदे किसी दे अगे पल्ला अड्डदे हां, असी कदे किसी दे अगे हथ अड्डदे हां। कहन लगे जिस दिन तेरा सच्चे दिल तो पल्ला रब दे अगे अड्डिया गया ना, फिर दुनिया के लोगों का मुहताजी नहीं रहेगा। उदाहरण के तौर पर कहन लगे जिस वक्त मनुख अपने आप को दाता समझदा है ना, उस वक्त मालिक कहते ने कहते जे को होए बहद तार तो मालिक ने उन्होंने मूर्ख आखिया। मैं पिछे जी उदाहरण दे रहा सा। कहन लगे जंगल दे विचों जां बाग दे विचों, बाग दे विच संतरे लगदे ने, सेब लगदे ने, ते जिस वक्त पिता घर नूं आवे तो पिता दा जी करदा मैं जदों काम तो शाम नूं घर जावां मैं अपने बच्चियां दे वास्ते कोई ना कोई फल फ्रूट लै जावां। कहन लगे एक बार एक पिता ने एक बागां चों संतरे तोड़ के अपने बच्चियां दे वास्ते घर लैके गया। जिस वक्त पिता ने जाकर सारे बच्चियां नूं संतरे वंडे, सारियां बच्चियां ने संतरे छके, उन्हां दे विचों एक संतरे दी एक चूली कढ़ के एक बच्चे ने अपने पिता नूं दित्ती। ते बच्चा सोचदा है कि मैं अपने पिता नूं चूली दे रही हां। बच्चे नूं इस गल दी समझ नहीं है कि संतरा ही मैनूं मेरे पिता ने दिता है। इसे तरह सानू साडे मालिक ने कई तरह दीयां दातां दित्तियां होईयां ने। कहण लगे जदों मालिक सानू दातां दवे ना, ते जिस वक्त उन्हां दातां दे विचों असीं दसवंध कढदे हां, ते दसवंध कढना किवें है, मैं आखिरली उदाहरण दे के समाप्ति करां। कहण लगे एक राजा बड़ा धनी सी। असीं जिस वक्त रब दीयां दातां लै के असीं उन्हां दातां चों किसे नूं दसवंध दिंदे हां ते उहदे अगे असीं नाम ला दिंदे हां ये मैं दे रहा। तो मालिक कृपा करन लगे कहंदे जब हम होते तब तू नाही। कहन लगे जिन्ना चिर मेरे अंदर हंगत है, जिन्ना चिर मेरे अंदर ईगो है, जब हम होते तब तू नाही। मालिका जिन्ना चिर मेरे अंदर मैं है ना, उन्ना चिर तेरी गुरबानी का शब्द एक भी मेरे हिरदे अंदर नहीं वस सकता। कहन लगे जब तू ही मैं नाही, जिस दिन कृपा होवेगी, जिस दिन तेरी बाणी मेरे हिरदे अंदर वस जाएगी, उस दिन मेरे अंदर तो ईगो खत्म हो जाएगी। कहन लगे एक राजा थाल दे विच मोती पा के ना गरीब लोगों को वंडिया करता सी। वो करदा की सी, हुण साडा सुभाव तो इदां दा नहीं है। असीं रब दे कोलों मंग मंग के लैने आ ना, असीं देण लगे बड़ी धौन उच्ची चुक के दिंदे आ कि दुनिया के लोगों को मैं दसवंध दे के पाल लिया जे मैं किसी नूं 10वां हिस्सा दे भी देवां। कहन लगी वो राजे का सुभाव सी, वो जदों अपनी थाली दे विचों हीरे मोतियां दी मुठ भर के गरीबां नूं दिंदा सी ना, वो अपनी धौन नीवी रखदा सी। किसी बंदे ने उन्होंने सवाल किया, कहन लगे बादशाह तुसीं लोकां नूं हीरे ते मोती वंडदे हो। कहन लगे मैनूं तुहाडा सुभाव बहुत चंगा लगा है,
ਜਦੋਂ ਤੁਸੀਂ ਹੀਰੇ ਮੋਤੀ ਵੰਡਦੇ ਹੋ ਤੁਹਾਡੀ ਧੌਣ ਨੀਵੀਂ ਹੁੰਦੀ ਹੈ। सीखे कहा नवाब जो देनी ऐसी देन ज्यों ज्यों कर ऊंचे बड़े त्यों त्यों नीचे नैन। कहन लगे कहते ज्यों ज्यों तुहाडा हथ दान देने विच उच्चा हुंदा है त्यों त्यों तुहाडी धौन नीवी हुंदी जांदी है। अगों राजे का जवाब सी, कहन लगे देनहार कोई होर है। कहन लगे असल दे विच देनहार कोई होर है जो पेजत है दिन रैन। कहन लगे देन वाला ते मैनू परमात्मा है जो हर रोज मैनू दे रहा। कहन लगे लोक परम मुझते करे ताते नीचे नैन। कहन लगे मैं डरदा दुनिया के लोग किते भरम च ना पै जान कि सानू दान राजा दे रहा, मैं इस करके सिर नीवा करके दान देना। सानू भी अपना सुभाव उस राजे की तरह बनाना चाहिए, क्योंकि दाते दात रखी हथ अपने जिस भावै तिस दे। अगे गुरु साहब कृपा कर लगे हुक्मे हुक्म चलाए राहू नानक विगसै वे प्रवाह। कहन लगे जिहड़ा मालिक सारे संसार नूं दातां दे रहा है ना, पूरे संसार के अंदर उस मालिक का हुक्म अटल है। कहन लगे हुक्म न जानै बहुता रोवै अंतर धोखा नींद न सोवै। कहन लगे जिहड़ा उस मालिक के हुक्म तो बाहर रहेगा सच जानिया जे उस सदा चिंता च रहेगा, धोखे च रहेगा, फरेब च रहेगा। तो जे कोई दुनिया का बंदा मालिक के हुक्म के अंदर आवेगा फिर होवेगा कि हुक्मे हुक्म चलाए राहू। जिहड़ा परमात्मा सारे संसार की राह सारे संसार की कार अपने हुक्म के अंदर चला रहा है। संजोग विंजोग दोई कार चलावै लेखा आवे भाग। यह लोक सुखीए परलोक सुहेले नानक हर प्रभ आपे मेले। गुरु कृपा करन चल रही जपजी साहब की विचार का कला कला शब्द साढ़े हिरदियां अंदर वस जावे। होइयां भुल्लां चुक्कां गलतियां दी खिमा। वाहिगुरु जी का खालसा वाहिगुरु जी की फतेह। लत्तां सो गईयां ओए।